8 ਸਾਲ ਬਾਅਦ ਕਹਿ ਰਹੇ ਤੇ ਇਸ ਤੋਂ ਆਈ ਜਨਾਬ ਕਿ ਅਸੀਂ ਦੂਸਰੀ ਜਗ੍ਹਾ ਫਿਰ ਸ਼ਾਦੀ ਕੀਤੀ। ਇਹਨਾਂ ਦੇ ਘਰ ਗਏ ਨਾ। ਪਹਿਲੇ ਸ਼ਾਦੀ ਕਿੱਥੇ ਸੀ ਉਹਦੀ? ਪਹਿਲੇ ਸ਼ਾਦੀ ਰਿਜ਼ਵਾਨ ਨਾਲ ਪਿੰਡ 'ਚ। ਅੱਛਾ, ਕਿਸੇ ਹੋਰ ਦੇ ਨਾਲ? ਰਿਜ਼ਵਾਨ ਨਾਲ? ਹਾਂਜੀ। ਅੱਛਾ, ਹਾਂਜੀ ਠੀਕ ਹੈ। ਫਿਰ ਅਸੀਂ ਦੂਸਰੀ ਜਗ੍ਹਾ ਤੇ ਸ਼ਾਦੀ ਕੀਤੀ, ਕੋਈ ਵਾਰਸਾ ਪਾ ਕੇ। ਅੱਛਾ, ਹਾਂਜੀ। ਤੇ ਉੱਥੇ ਵੀ ਇਹਨੇ ਸਾਨੂੰ ਬੜਾ ਤੰਗ ਕੀਤਾ, ਜ਼ਲੀਲੋ ਖਵਾਰ ਕੀਤਾ ਇਹਨੇ ਮੁੰਡੇ ਨੇ। ਕੀ ਕਰਦਾ ਸੀ? ਉੱਥੇ ਜਾ ਕੇ ਘਰ ਦੇ ਕੋਲ ਤੇ ਇੱਥੇ ਵੀ ਆਣਾ, ਸਾਨੂੰ ਇਹਨੇ ਤੰਗ ਕਰਨਾ। ਅੱਛਾ, ਕੁੜੀ ਨੂੰ ਵੀ ਤੰਗ ਕਰਨਾ। ਕੁੜੀ ਆਣ ਕੇ ਸਾਨੂੰ ਦੱਸਦੀ, ਅਸੀਂ ਸੋ ਚੁੱਪ ਕਰਕੇ ਸਿਰ ਸੁੱਟਿਆ ਸੀ। ਕੁਛ ਅਰਸਾ ਗੁਜ਼ਰਿਆ ਤੇ ਅਸੀਂ ਉੱਥੋਂ ਤਲਾਕ ਹੋ ਗਈ ਇਹਦੀ ਵਜ੍ਹਾ ਤੋਂ। ਉਹ ਪੁਲਿਸ 'ਚ ਹੀ ਮੁਲਾਜ਼ਮ ਸੀ? ਡਾਲਫਨ ਸਕੁਆਡ 'ਚ ਹੀ ਸੀ? ਨਹੀਂ, ਪਹਿਲੇ ਨਹੀਂ ਸੀ ਹੈਗਾ। ਪਹਿਲੇ ਕਿਹਦੇ ਵਿੱਚ ਸੀ? ਪਹਿਲੇ ਵੈਸੇ ਸੀ। ਵੈਸੇ ਹੀ ਸੀ? ਹਾਂਜੀ। ਕਦੋਂ ਆਇਆ ਪੁਲਿਸ 'ਚ? 2017 ਚ। 2017 ਚ। ਲੇਕਿਨ 2016 ਮਤਲਬ 2014 ਚ ਹੈ ਤਨਾਜ਼ਾ ਤੇਰੇ ਮੁਤਾਬਕ ਸ਼ੁਰੂ ਹੋਇਆ? ਹਾਂਜੀ, ਪਹਿਲੀ ਵਾਰੀ। ਹਾਂਜੀ। 2014 ਚ ਚਲੋ ਉਹ ਕੰਮ ਨਹੀਂ ਕਰਦਾ ਸੀ, ਉਹਦੇ ਘਰ ਜਾਇਆ ਜਾ ਸਕਦਾ ਸੀ, ਉਹਦੇ ਵਾਲਿदैन ਨੂੰ ਦੱਸਿਆ ਜਾ ਸਕਦਾ ਸੀ ਸਾਨੂੰ ਤੰਗ ਕਰਦਾ? ਗਏ ਸੀ ਜਨਾਬ। ਗਏ ਸੀ? ਫਿਰ ਕੀ ਹੋਇਆ? ਉਹਨੇ ਕੋਈ ਮੈਨੂੰ ਕਿਹਾ ਅਸੀਂ ਤੁਹਾਨੂੰ ਜ਼ਲੀਲ ਕਰਨਾ ਹੈਗਾ, ਤੁਸੀਂ ਰਿਸ਼ਤਾ ਲੈ ਲਓ। ਉਹਨੇ ਨਹੀਂ ਲਿਆ। ਫਿਰ ਅਸੀਂ ਰਿਜ਼ਵਾਨ ਦੇ ਨਾਲ ਸ਼ਾਦੀ ਹੋਈ ਸੀ ਨਾ, ਉਦੋਂ ਹੀ ਕੱਢ ਕੇ ਲਿਆ ਸੀ ਜ਼ਬਰਦਸਤੀ। ਹਾਂਜੀ, ਠੀਕ ਹੈ। ਫਿਰ 2016 ਦੇ ਵਿੱਚ ਉਹ ਮਹਿਕਮਾ ਪੁਲਿਸ 'ਚ ਚਲਾ ਗਿਆ। ਹਾਂਜੀ। ਅੱਛਾ, ਇਸ ਟਾਈਮ ਤੇ ਸਿਰਫ ਘਰ ਨਹੀਂ ਬਲਕਿ ਤੁਸੀਂ ਉਹਦੇ ਅਫਸਰਾਨ ਨੂੰ ਵੀ ਸ਼ਿਕਾਇਤ ਕਰ ਸਕਦੇ ਹੋ ਕਿ ਪੁਲਿਸ ਮੁਲਾਜ਼ਮ ਜਿਹੜਾ ਹੈ ਉਹ ਸਾਨੂੰ ਤੰਗ ਕਰ ਰਿਹਾ ਹੈ। ਕੋਈ ਦਰਖਾਸਤ ਦਿੱਤੀ ਇਸ ਹਵਾਲੇ ਨਾਲ? ਨਹੀਂ, ਉਹ ਕਰਦੇ ਰਹੇ, ਵੱਡੇ ਘਰ ਦੇ ਜਾਂਦੇ ਰਹੇ ਜਨਾਬ। ਉਹ ਕੁੜੀ ਦੀ ਸ਼ਾਦੀ ਕੋ ਵੱਡੇ ਘਰ ਦੇ ਸਾਰੇ ਦੇ ਜਾਂਦੇ ਰਹੇ कि ना ਕੀ ਤੰਗ ਕਰਦਾ ਸੀ ਉਹ? ਉਹਦੇ ਘਰ ਦੇ ਕੋਲ ਜਾ खड़ा होना शुरू हो गया। इरफान एक बात करता है कि जहाँ पे भी लड़की की वो शादी करते थे वहाँ पे जाके कासिम जो है वो मतलब तंग करता था उससे, उसकी वजह से बार बार तलाक हो रही थी, फिर बाजार में रोक लिया उसे। ये बातों में हकायक हैं? आपने तो जाकर तफ्तीश की होगी उस जगह पर, उस जहाँ के ये रिहायशी हैं, वहाँ से लोगों के बयानात लिए, कोई ऐसी बात सामने आई? जी बिल्कुल जी, मैं इनके डेरे चाल गया हूँ, 2 दफ़ा मैं गया हूँ। उनके जो मोहल्ले के लोग हैं, किसी की उम्र 80 साल थी, किसी की 90 साल थी, बूढ़े एजड आदमी थे, उनसे मैंने बयानात लिए हैं कि असल हकायक इनके लड़ने की वजह क्या है, कत्ल करने की वजह क्या है। मुझे एक बुज़ुर्ग बाबे ने बताया, और दोनों में से किसी का रिश्तेदार नहीं था, उसने बताया कि ये जो कासम है जब पुलिस में आया तो इसको ये तकलीफ़ थी कि जो इकराम और गोगा है जो मनशात फ़रोश है, उसके अलावा ये हमारा मरकज़ी मुलज़म है इरफान और बोदी, ये भी मनशात फ़रोश था और ख़ुद भी नशे का आदी था। इसका एक भाई अमरान है, वो अब भी नशे का आदी है, वो घर से निकला हुआ है, वो मनशात के इंजेक्शन लगा रहा है, कभी कहीं फिरता है कभी कहीं फिरता है। ये पूरा ख़ानदान ही इनका जो है वो मनशात में मुलवस है। इकराम और गोगे पे तकरीबन 12-13 9C 9B के मुकदमात हैं। तो इरफान पे कितने मुकदमा? हाँ, इरफान पे कोई मुकदमा नहीं है। कोई मुकदमा नहीं। सही। तो उसने मुझे बाबे ने बताया कि ये जो मकतूल हमारा कासम, ये इन लोगों को रोकता था कि आप हमारे मोहल्ले में, आप हमारे रिश्तेदार भी हैं, तो आप इस मनशियात का काम ना करें, ये हमारे बच्चों पे असर पड़ रहा है, हमारे ख़ानदान पे असर पड़ रहा है। सही। आप ये काम छोड़ दें। इन लोगों को ये तकलीफ़ थी कि हमें ये रोकता क्यों है। और दूसरा, जो आए दिन पुलिस रेड करती थी थाने हेर की और डिफेंस सी की, उनके जहन में ये था कि ये मकतूल कासम ही हमारे पे रेड करवाता है। असल इनकी ज़ातियात ये थी, ये जो बहाना लगा रहे हैं कि हमने गैरत के नाम पे किया है, बिल्कुल झूठ है। वो 8 साल पुराना वाक़या है, कोई शिकायत नहीं। अगर गैरत पे करना था तो साल 2 साल उसके बाद कर देते, 2015-16 में कर देते। ये 8 साल बाद इस लोगों ने क्यों किया? सही। असल जो मारक है वो इनके मनशियात का है। ते होटल का काम है ਤੁਹਾਡਾ? ਹਾਂਜੀ ਸਰ। ਪੁਲਿਸ ਦੇ ਮੁਤਾਬਕ ਤੁਸੀਂ ਮਨਸ਼ਿਆਤ ਫਰੋਸ਼ ਨਹੀਂ ਹੋ? ਜਨਾਬ, ਪਹਿਲੇ ਭਾਈ ਵੱਡਾ ਭਾਈ ਸੀ, ਉਹ ਕਦੀ ਕਿਤੇ ਕਰਦਾ ਸੀ ਪਹਿਲੇ, ਤੇ ਉਹ ਵੱਡਿਆਂ ਨੇ ਸਾਰਿਆਂ ਨੇ ਸਮਝਾ ਕੇ, ਪਿੰਡ ਦੇ ਨੇ ਚਾਚੇ ਬਾਬੇ ਨੇ ਸਮਝਾ ਕੇ ਹੋਟਲ ਦਾ ਫਿਰ ਅਸੀਂ ਕੰਮ ਸ਼ੁਰੂ ਕਰ ਲਿਆ। ਠੀਕ ਹੈ। ਹਾਂਜੀ, ਠੀਕ ਹੈ। ਫਿਰ ਉਹ 2016-14 ਤੋਂ ਸ਼ੁਰੂ ਹੋਇਆ, ਅੱਗੇ ਕੀ ਹੋਇਆ ਫਿਰ? ਅੱਗੇ ਫਿਰ ਜਨਾਬ ਇਹਦੀ ਸ਼ਾਦੀ ਹੋ ਗਈ ਹਾਂ। ਕੁੜੀ ਦੀ, ਉੱਥੇ ਇਹਨੇ ਜਾਣਾ ਸ਼ੁਰੂ ਕਰ ਦਿੱਤਾ, ਉੱਥੇ ਗਲੀ ਦੇ ਜਾ ਖੜਾ ਹੋਣਾ ਸ਼ੁਰੂ ਕਰ ਦਿੱਤਾ। ਦੂਸਰੀ ਸ਼ਾਦੀ ਹੋ ਗਈ? ਜੋ ਦੂਸਰੀ ਸ਼ਾਦੀ ਕੀਤੀ, 56 ਸਾਲਾਂ ਦਾ ਜਨਾਬ ਸੀ ਜਿਹਨੇ ਦੂਸਰੀ ਸ਼ਾਦੀ ਕੀਤੀ। ਉਹ ਕੁੜੀ ਨੂੰ ਫਾਇਰ ਵੀ ਪਹਿਲੇ ਮਾਰੇ ਰਿਜ਼ਵਾਨ ਨੇ, ਕਿਸੇ ਦੀ ਗਲਤੀ ਨਹੀਂ ਵੇਖੀ, ਇਸ ਵਜ੍ਹਾ ਤੋਂ ਹੀ ਮਾਰੇ ਕਿ ਮੁੰਡਾ ਘਰ ਆਉਂਦਾ ਜਾਂਦਾ ਸੀ, ਰਿਸ਼ਤੇਦਾਰ ਜੋ ਹੈ ਜਨਾਬ, ਘਰ ਆਉਂਦਾ ਜਾਂਦਾ, ਫਾਇਰ ਮਾਰ ਦਿੱਤੇ। ਉਹ ਫਿਰ 16 ਹਵਾ ਆ ਗਈ। ਫਿਰ ਜਨਾਬ ਉਹਦੀ ਤੀਸਰੀ ਸ਼ਾਦੀ ਹੁਣ ਕਰਨ ਲੱਗੇ ਸਾਂ। ਉਹ 56 ਸਾਲ ਬਜ਼ੁਰਗ ਨੇ ਕੀਤੀ ਕਿ ਉਹਨੂੰ ਕੁੜੀ ਬੜੀ ਅਜ਼ੀਜ਼, 2 ਸਾਲ ਬੈੱਡ ਰੈਸਟ ਤੇ ਗਈ ਹਸਪੀਟਲ। ਤੀਸਰੀ ਸ਼ਾਦੀ ਹੁਣ ਕਰਨ ਲੱਗੇ ਸੀ ਤੇ ਉਹਦੇ ਬੰਦੇ ਨਹੀਂ ਉਹਨੂੰ ਗੋਲੀਆਂ ਮਾਰਤੀਆਂ? ਹਾਂਜੀ, ਪਹਿਲੇ ਤਲਾਕ ਤੋਂ ਪਹਿਲੇ ਕਿ ਤਲਾਕ ਤੋਂ ਬਾਅਦ? ਨਹੀਂ, ਤਲਾਕ ਪਹਿਲੇ ਮਾਰਤੇ ਸੀ। ਅੱਛਾ। ਹਾਂਜੀ। ਫਿਰ ਇਸ ਤਰ੍ਹਾਂ ਸਮਝਾਇਆ, ਫਿਰ ਰਿਜ਼ਵਾਨ ਦੇ ਘਰ ਚਲੇ ਗਈ। ਤੋਰ ਤਾਂ ਦੂਸਰੀ ਸ਼ਾਦੀ ਜੋ ਕੀਤੀ ਨਾ, ਉਹਦਾ ਤਲਾਕ ਹੋ ਗਈ ਸੀ ਰਿਜ਼ਵਾਨ ਤੋਂ। ਹਾਂਜੀ, ਦੂਸਰੀ ਸ਼ਾਦੀ ਤੋਂ ਬਾਅਦ ਫਿਰ ਕੁਛ ਅਰਸਾ 2.5-3 ਸਾਲ ਦਾ ਵਕਫਾ ਪਿਆ।
ਤੇ ਫਿਰ ਅਸੀਂ ਉੱਥੋਂ ਤਲਾਕ 56 ਸਾਲ ਦੀ ਉਮਰ ਦਾ ਸੀ ਜਿੰਦੇ ਨਾਲ ਅਸੀਂ ਸ਼ਾਦੀ ਕੀਤੀ। ਕਿੰਨੀ ਵੱਡੀ ਅਜ਼ੀਜ਼ ਜਨਾਬ। ਫਿਰ ਅਸੀਂ ਤੀਸਰੀ ਜਗ੍ਹਾ ਸ਼ਾਦੀ ਕਰਨ ਲੱਗੇ ਤੇ ਫਿਰ ਉਹ ਹੀ ਅਸੀਂ ਹੋਟਲ ਮੈਂ ਸਾਡੇ ਕੋਲ ਉੱਥੇ ਆਣ ਕੇ ਸਾਨੂੰ ਤੰਗ ਕਰਦਾ ਸੀ, ਇੰਨਾ ਜ਼ਲੀਲ ਕਰਦਾ ਸੀ, ਹੱਦ ਤੋਂ ਜ਼ਿਆਦਾ ਸਾਨੂੰ ਜ਼ਲੀਲ ਕਰਦਾ ਸੀ। ਤੀਸਰੀ ਸ਼ਾਦੀ ਕਰਨ ਲੱਗੇ ਮੇਰੀ ਭਾਬੀ ਨੂੰ, ਮੇਰੀ ਭਤੀਜੀ ਨੂੰ ਇਹਨਾਂ ਹਜ਼ਾਰ ਬਾਜ਼ਾਰ ਜਾਣ ਲੱਗੇ ਤੇ ਇਹਨੇ ਰੋਕ ਕੇ ਗਿਆ कि मैं तेरे इत्थे भी नहीं वसन देना। इरफान ने जो फायरिंग की अपने कहाँ पे की, अपनी बीवी को कहाँ पे जख्मी किया? अपने घर में उसको फायर मारे। रात को उनकी आपस में तलब कलामी हुई है। तलब कलामी के दौरान ही जो रिजवान के पास घर में पिस्टल पड़ा हुआ था उसने उसको 3 फायर मारे हैं। जान से मार देने की नीयत से मारे? उसको पेट में फायर मारे हैं। अच्छा, पेट लेकिन वो कुदरती उसकी ज़िंदगी थी, वो बच गई। सही। उसमें जो हमारा मरकज़ी मुल्ज़म है इरफान, उसमें वो मुद्दई बना था। इसकी फिर सुलह जाती है। सुलह होने के बाद फिर जो रिजवान मुल्ज़म है हमारा इसी मुकदमे का, वो इसको डिवोर्स देता है। उसकी फिर शादी होती है कोट लखपत के एरिया में। वो 5-6 महीने बाद उसकी फिर डिवोर्स आ जाती है। डिवोर्स होने के बाद अब 2 महीना पहले, तकरीबन 2-2.5 माह हो गए हैं, 2-2.5 माह पहले उस अनम लड़की की फिर दोबारा शादी करते हैं एक 51 साल बूढ़े बाबे के साथ। अच्छा, लड़की की एज क्या होगी? लड़की की एज 32 साल है। 32 साल। हाँ जी। शादी होती है, वो जो लड़की का जो शोहर है वो इसका होटल में पार्टनर है। अच्छा, होटल जो बनाया? यह होटल अब्दुल्ला होटल बना हुआ है बेदिया रोड पे। उसमें ये दोनों पार्टनर है। लड़की का वालिद ये इरफान बोदी जो मरकज़ी मुल्ज़म है, इसका भाई गुलाम दस्तगीर और लड़की का वालिद, ये पार्टनर है आपस में। अच्छा, उसके साथ फिर ये शादी कर? उसके बाद शादी की है। फिर की होया जदी वजह तो कत्ल दी वारदात कीती हुन उत्थे आ? ਉੱਥੇ ਜਨਾਬ ਇਹ ਕਿ ਹੁਣ ਜੋ ਸ਼ਾਦੀ ਕਰਨ ਲੱਗੇ ਨਾ, ਹੁਣ ਥੋੜਾ ਅਰਸਾ ਹੋਇਆ, 2.5 ਮਹੀਨੇ 3 ਮਹੀਨੇ ਲਾ ਲਓ ਹੋਇਆ। ਤੇ ਸ਼ਾਦੀ ਤੋਂ ਪਹਿਲਾਂ ਇਹਨੇ ਫਿਰ ਇਹ ਵੀ ਹਰਕਤ ਕੀਤੀ। ਬਾਜ਼ਾਰ ਜਾਣ ਲੱਗੇ ਨਾ, ਤੇ ਜਨਾਬ ਉੱਥੇ ਨੇ ਡੱਕ ਕੇ ਕਿਹਾ ਕਿ ਮੈਂ ਤੈਨੂੰ ਇੱਥੇ ਵੀ ਨਹੀਂ ਵਸਣ ਦੇਣਾ, ਤੇਰੀ ਫੈਮਿਲੀ ਸਾਰੀ ਨੂੰ ਜਲੀਲ ਕਰਨਾ। ਸਹੀ। ਹਾਂਜੀ। ਫਿਰ ਜਨਾਬ ਉਹ ਮੈਨੂੰ ਭਤੀਜੀ ਨੇ ਆਣ ਕੇ ਮੈਨੂੰ ਦੱਸਿਆ, ਕਿਉਂਕਿ ਮੈਨੂੰ ਕਿਹਾ ਕਿ ਇਸ ਤਰ੍ਹਾਂ ਮੈਨੂੰ ਬੜੀ ਅਜ਼ੀਅਤ ਆਈ ਤੇ ਮੈਨੂੰ ਨਹੀਂ ਛੱਡਦਾ, ਮੈਨੂੰ ਤੰਗ ਕਰਦਾ। ਅੱਛਾ। ਤੇ ਮੈਨੂੰ ਆਣ ਕੇ ਦੱਸਿਆ ਤੇ ਮੈਨੂੰ ਗੁੱਸਾ ਆ ਗਿਆ। ਗੁੱਸਾ ਆਇਆ ਫਿਰ? ਤੇ ਮੈਂ ਜਨਾਬ ਉਹਨੂੰ ਕਤਲ ਕਰ ਦਿੱਤਾ। ਫੌਰੀ ਗੁੱਸੇ ਦੇ ਵਿੱਚ ਉਸੇ ਟਾਈਮ ਭਤੀਜੀ ਨੇ ਦੱਸਿਆ, ਉਸੇ ਟਾਈਮ ਕਤਲ ਕਰਤਾ? ਨਹੀਂ ਜਨਾਬ, ਕੱਲਾ ਹੀ ਕਤਲ ਕੀਤਾ? ਹਾਂਜੀ। ਫਾਦ ਮੈਨੂੰ ਸਿਰਫ ਉਥੋਂ ਮੋਟਰਸਾਈਕਲ ਤੇ ਕੱਢ ਕੇ ਗਿਆ ਸੀ। ਪੂਰੀ ਗੱਲ ਦੱਸ। ਅੱਛਾ, ਭਤੀਜੀ ਨੇ ਦੱਸਿਆ। ਉਹਦੇ ਤੋਂ ਕਿੰਨੀ ਦੇਰ ਬਾਅਦ ਕਤਲ ਕੀਤਾ? ਉਸ ਤੋਂ ਠੀਕ 1.5 ਮਹੀਨੇ ਬਾਅਦ ਕੀਤਾ ਸੀ। ਅੱਛਾ, 1.5 ਮਹੀਨਾ ਫਿਰ ਗੈਰਤ ਨੂੰ ਜ਼ਬਤ ਕਰਕੇ ਰੱਖਿਆ? ਹਾਂਜੀ। ਉਹਦੀ ਸ਼ਾਦੀ ਜੋ ਕਰਨ ਲੱਗੇ ਹਾਂ ਤੀਸਰੀ ਜਗ੍ਹਾ ਤੇ। ਅੱਛਾ, ਤੀਸਰੀ ਜਗ੍ਹਾ ਤੇ ਸ਼ਾਦੀ ਕੀਤੀ ਕਰਤੀ? ਹਾਂਜੀ। ਫਿਰ ਹੁਣ ਮੈਨੂੰ ਦੱਸਿਆ ਮੈਂ ਸਾਨੂੰ ਜਲੀਲ ਹੋਟਲ ਦੇ ਅੱਗੇ ਆਉਣਾ ਸ਼ੁਰੂ ਕਰ ਦਿੱਤਾ, ਸਾਨੂੰ ਤੰਗ ਕਰਦਾ ਸੀ। ਕਦੀ ਤੁਹਾਨੂੰ ਕੀ ਦੱਸਾਂ, ਬਿਆਨ ਹੀ ਨਹੀਂ ਹੁੰਦੀ ਇੰਨਾ ਕਿ ਸਾਨੂੰ ਉਹਨੇ ਜਲੀਲ ਕੀਤਾ ਸੀ, ਹੱਦ ਤੋਂ ਜ਼ਿਆਦਾ ਜਲੀਲ ਕਰ ਦਿੱਤਾ ਸੀ। ਕੀ ਕਰਦਾ ਸੀ? ਸਭ ਕੁਛ ਹੀ ਜਨਾਬ। ਹੁਣ ਜੋ ਕਹਿ ਰਹੇ ਤੇ ਤੁਹਾਨੂੰ ਪਤਾ ਹੀ ਹੈ, ਇੱਕ ਬੰਦਾ ਆ ਕੇ ਇਕੱਲਾ ਹੀ ਹੈ ਸਭ ਕੁਝ ਕਰ ਦਿੰਦਾ ਸੀ। ਅਸੀਂ ਹੋਟਲ ਤੇ ਹੁੰਦੇ ਹਨ ਤੇ ਸਾਨੂੰ ਉੱਥੇ ਇਹਨੇ ਆਣ ਕੇ ਨਜਾਇਜ਼। ਤੁਸੀਂ ਹੱਥੀ ਨਹੀਂ ਪੈਂਦੇ ਸੀ ਉਹਦੇ ਨਾਲ, ਲੜਦੇ ਨਹੀਂ ਸੀ? 15 ਤੇ ਪੁਲਿਸ ਨੂੰ ਨਹੀਂ ਇਤਲਾ ਦਿੰਦੇ ਸੀ? ਇੱਕ ਬੰਦਾ ਆਂਦਾ, ਚਾਹੇ ਉਹ ਪੁਲਿਸ ਐਹਲਕਾਰ ਹੈ, ਇਹ ਸਾਨੂੰ ਤੰਗ ਕਰ ਰਿਹਾ ਹੈ, ਸਾਡਾ ਡਿਸਟਰਬ ਕਰ ਰਿਹਾ ਕੰਮ, ਸਾਡੀ मतलब इज्जत ਦਾ ਮਸਲਾ ਹੈ, ਕੋਈ ਦਰਖਾਸਤਾਂ ਹੈਗੀਆਂ? ਕੋਈ ਸਬੂਤ ਹੈਗਾ ਕਿਸੇ ਸ਼ੈ ਦਾ? ਮੁਕੱਦਮਾ ਉਹਦੇ ਖਿਲਾਫ ਦਰਜ ਨੇ ਜਨਾਬ। ਇਲਜ਼ਾਮ ਤੇ ਲਾਈ ਜੋ ਹੁਣ ਤੇ ਕਤਲ ਕਰਤਾ ਹੈ ਨਾ, ਇਹ ਜ਼ਿਕਰ ਤੇ ਇਲਜ਼ਾਮ ਹੈ, ਕੋਈ ਪੁਖਤਾ ਚੀਜ਼ ਉਹਦੇ ਵਾਲੇ ਨਾਲ? ਮੁਕੱਦਮਾ ਦਰਜ 365 ਵੀ ਦਾ ਅਗਵਾ ਦਾ, ਉਹ ਜਿਹਦੇ ਵਿੱਚ 164 ਦੇ ਬਿਆਨ ਵੀ ਗਏ, ਉਹ ਤੇ ਗੱਲ ਹੋ ਗਈ।